गुर के ग्रह सेवक जो रहै, गुर की आज्ञा मन में सहे। आपस को कर कछ न जनावे, हर हर नाम हृदय सद गावे। मन बेचै सतगुर के पास, तिस सेवक के कारज रास। ऐसे बचन ਉਸ ਸਮੇਂ ਜਿਹੜੇ ਪ੍ਰੇਮੀ ਸਨ ਉਹਨਾਂ ਦੇ ਕੋਲ, ਜਿਹੜੇ ਭਗਤ ਸਨ, ਜਿਹੜੇ ਸਿੱਖ ਸਨ, ਉਹਨਾਂ ਨੂੰ ਕਹੇ ਸਨ। ਅਜੋਕੇ ਸਮੇਂ 'ਚ ਵੀ ਐਸੇ ਬਚਨ ਪੜ੍ਹਦੇ ਹਨ, ਸੁਣਦੇ ਹਨ, ਪਰ ਐਸੇ ਬਚਨ ਜਿਹੜੇ ਹਨ ਨਾ, ਉਹਨਾਂ 'ਤੇ ਅਮਲ ਕਰਨਾ ਬਹੁਤ ਕਠਿਨ ਹੈ। ਐਸੇ ਬਚਨ ਹੀ ਭਗਤੀ ਦਾ ਸਾਰ ਹਨ। ਮੈਂ ਵੀ ਅਕਸਰ ਐਸੇ ਹੀ ਇੱਕ ਬਚਨ ਦਾ ਬਹੁਤ ਵਾਰਾਂ ਉਪਯੋਗ ਕੀਤਾ ਹੈ। ਗੁਰ ਕੀ ਮਤ ਤੋਂ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਇਹ ਬਚਨ ਨੂੰ ਕੋਈ ਲੜ ਪੱਲੇ ਬੰਨ੍ਹ ਲਵੇ ਤੇ ਸਮਝ ਲੈਣਾ ਚਾਹੀਦਾ ਹੈ ਉਹ ਭਗਤ ਹੋ ਗਿਆ। ਤੋ ਉਹਦਾ ਸਹਿਜ ਹੀ ਸਮਰਪਣ ਹੋਵੇਗਾ। ਸਮਰਪਣ ਕੀਤਾ ਨਹੀਂ ਜਾਂਦਾ ਹੈ, ਨਾ ਹੀ ਕੋਈ ਕਰਵਾਉਂਦਾ ਹੈ। ਭਾਵੇਂ ਸਾਹਮਣੇ ਬੈਠ ਕੇ ਗੁਰੂ ਵੀ ਕਹਿੰਦਾ ਰਵੇ ਤੂੰ ਸਮਰਪਣ ਕਰ ਦੇ, ਤਾਂ ਵੀ ਸਮਰਪਣ ਨਹੀਂ ਹੋਵੇਗਾ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਅਗਰ ਗੁਰੂ ਕਵੇ ਵੀ ਸਮਰਪਣ ਕਰ ਦੇ ਤਾਂ ਸਗੋਂ ਜ਼ਿਆਦਾ ਹੰਕਾਰ ਆਵੇਗਾ ਸਿੱਖਾਂ ਅੰਦਰ ਵੀ ਮੈਨੂੰ ਕਿਹਾ ਜਾ ਰਿਹਾ ਸਮਰਪਣ ਕਰ। ਮੈਂ ਕੋਈ ਐਰਾ ਗਹਿਰਾ ਥੋੜ੍ਹੀ, ਇੰਨਾ ਸਮਝਦਾਰ, ਇੰਨਾ ਗਿਆਨ ਹੈ ਮੈਨੂੰ, ਮੈਂ ਕਿਉਂ ਕਰਾਂ ਸਮਰਪਣ। ਅਤੇ ਨਾ ਹੀ ਕਹਿਣ ਨਾਲ ਹੁੰਦਾ ਹੈ, ਨਾ ਹੀ ਕਰਨ ਨਾਲ ਹੁੰਦਾ ਹੈ, ਨਾ ਹੀ ਸੋਚ ਸੋਚ ਕੇ ਹੁੰਦਾ ਹੈ, ਸਮਝਦਾਰੀ ਨਾਲ। ਸਮਰਪਣ ਹੁੰਦਾ ਹੈ ਇੱਕ ਬਹੁਤ ਹੀ ਪਿਆਰੀ ਵਿਧੀ ਨਾਲ। ਉਹ ਵਿਧੀ ਹੈ ਆਪਣੀ ਮੱਤ ਕੋ ਘੱਟ ਕੰਮ ਲੈਣਾ, ਆਪਣੀ ਮੱਤ ਤਿਆਗਣੀ ਅਤੇ ਗੁਰੂ ਦੀ ਮੱਤ ਲੈਣੀ, ਭਾਵ ਕਿ ਗੁਰੂ ਦੀ ਮੱਤ ਦੁਆਰਾ ਚੱਲਣਾ। ਆਪਣੀ ਸਮਝ ਨਹੀਂ ਵਰਤਣੀ ਹੈ, ਉਹ ਹੀ ਸਮਰਪਿਤ ਕਰਨੀ ਹੈ। ਵੀ ਮੈਨੂੰ ਕੁਝ ਨਹੀਂ ਪਤਾ ਹੈ ਆਉਣ ਵਾਲੇ ਭਵਿੱਖ ਦਾ ਆਪਣੇ ਬਾਰੇ, ਅਤੇ ਅੱਜ ਤੋਂ ਆਉਣ ਵਾਲਾ ਭਵਿੱਖ ਮੈਂ ਤੁਹਾਡੇ ਅੱਗੋਂ ਸਮਰਪਿਤ ਕਰਦਾ। ਭਵਿੱਖ ਸਮਰਪਿਤ ਕਰਨਾ ਹੈ, ਆਪਣੇ ਬਾਰੇ ਸੋਚਣਾ ਨਹੀਂ ਹੈ। ਆਪਣੀ ਸੋਚ ਸਮਰਪਿਤ ਕਰ ਦੇਣੀ, ਆਪਣਾ ਮਨ ਸਮਰਪਿਤ ਕਰ ਦੇਣਾ ਹੈ, ਇੱਕੋ ਹੀ ਗੱਲ ਹੈ। ਆਪਣੀ ਮੱਤ ਸਮਰਪਿਤ ਕਰ ਦੇਣੀ, ਆਪਣੀ ਬੁੱਧੀ ਸਮਰਪਿਤ ਕਰ ਦੇਣੀ, ਇੱਕੋ ਹੀ ਗੱਲ ਹੈ। ਅਗਰ ਸ਼ਿਸ਼ ਆਪਣੇ ਹੀ ਮੱਤ ਦੁਆਰਾ ਚੱਲੇਗਾ ਤਾਂ ਸਮਰਪਣ ਨਹੀਂ ਕਰ ਪਾਵੇਗਾ, ਕਿਉਂਕਿ ਉਹਦੀ ਮੱਤ ਜਿਹੜੀ ਹੈ ਉਹ ਸਮਰਪਣ ਦੇ ਵਿੱਚ ਰੁਕਾਵਟ ਬਣੇਗੀ। ਜਿਵੇਂ ਮੈਂ ਪਿੱਛੇ ਕਿਹਾ ਹੈ ਨਾ, ਜਿਹੜਾ ਸ਼ਿਸ਼ ਸਤਪੁਰਸ਼ ਦੀ ਪਿਛਲੀ ਜਾਣਕਾਰੀ ਹਾਸਿਲ ਕਰਨਾ ਚਾਹੁੰਦਾ ਹੈ, ਜੋ ਬੀਤ ਗਿਆ ਸਮਾਂ ਹੈ ਉਹਦੇ ਵਿੱਚ ਉਹਨੇ ਕੀ ਕੀ ਕੀਤਾ ਹੈ, ਜਾਂ ਹੁਣ ਮੌਜੂਦਾ ਸਮੇਂ ਦੇ ਵਿੱਚ ਉਹਦੇ 4 ਛਪੇਰੇ ਕਰਮ ਚੱਲ ਰਹੇ ਹਨ, ਉਹਨਾਂ ਨੂੰ ਜਾਣਨਾ ਚਾਹੁੰਦਾ ਹੈ। ਅਤੇ ਉਹ ਝੂਠ ਨੂੰ ਹੀ ਜਾਣਨਾ ਚਾਹੁੰਦਾ ਹੈ, ਕਿਉਂਕਿ ਬਾਹਰੀ ਪੱਖ ਉਹਨਾਂ ਦਾ ਵੀ ਝੂਠ ਹੀ ਹੈ। ਪਰ ਬਾਹਰ ਉਹ ਜਾਣਨ ਦੀ ਵਾਸ਼ਨਾ ਜਿਹੜੀ ਹੈ ਨਾ, ਬਹੁਤ ਗਹਿਰੀ ਹੈ ਸਾਰਿਆਂ ਦੇ ਅੰਦਰ ਹੀ। ਵਾਰ ਵਾਰ ਕਹਿਣ ਦੇ ਬਾਵਜੂਦ ਵੀ
ਬਾਹਰੀ ਜਾਣਕਾਰੀ ਲੈਣਾ ਚਾਹੁੰਦਾ ਹੈ, ਕਿਉਂਕਿ ਸੰਸਾਰ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ। ਬਾਹਰੋਂ ਹੀ ਸੱਚ ਸਮਝ ਰਹੇ ਹੋ ਨਾ ਤੁਸੀਂ, ਅਤੇ ਬਾਹਰੋਂ ਹੀ ਦੇਖਦੇ ਹੋ, ਬਾਹਰੋਂ ਹੀ ਫਿਰ ਪੁੱਛਦੇ ਹੋ ਆਲੇ ਦੁਆਲੇ ਉਹਨਾਂ ਦੇ ਜਿਹੜੇ ਰਹਿਣ ਵਾਲੇ ਹਨ, ਉਹਨਾਂ ਦੇ ਕੋਲ ਸਿੱਖ ਸੇਵਕ ਹਨ, ਸੇਵਾਦਾਰ ਹਨ। ਫਿਰ ਉਹ ਵੀ ਕੁਝ ਸਮੇਂ ਪਹਿਲਾਂ ਸੰਸਾਰ 'ਚੋਂ ਆਏ ਹੋਏ ਹਨ, ਤਾਂ ਉਹਨਾਂ ਦੀ ਬਿਰਤੀ ਵੀ ਅਜੇ ਸੰਸਾਰੀ ਹੈ, ਤਾਂ ਸੰਸਾਰੀ ਢੰਗ ਦੇ ਨਾਲ ਹੀ ਦੱਸਣਗੇ ਨਾ, ਤਾਂ ਵੀ ਬਾਹਰੋਂ ਹੀ ਜਾਣਦੇ ਹਨ। ਇਸ ਕਰਕੇ ਜੋ ਵੀ ਉਹ ਦੱਸਣਗੇ ਉਹ ਆਪਣੀ ਮਤ ਦੇ ਮੁਤਾਬਕ ਹੀ ਦੱਸਣਗੇ, ਕਿਉਂਕਿ ਜਾਣ ਉਹ ਵੀ ਨਹੀਂ ਰਹੇ ਹਨ ਸਤਿਪੁਰਸ਼। ਅਤੇ ਜੋ ਵੀ ਕੋਈ ਬਾਹਰੋਂ ਪੁੱਛ ਗਿੱਛ ਕੇ ਜਾਣਕਾਰੀ ਹਾਸਲ ਕਰੇਗਾ ਤਾਂ ਉਹ ਜਾਣਕਾਰੀ ਝੂਠੀ ਹੈ, ਅਤੇ ਝੂਠ ਦੁਆਰਾ ਸਮਰਪਣ ਥੋੜ੍ਹੀ ਹੁੰਦਾ ਹੈ। ਇਵੇਂ ਸਮਝ ਲਓ ਤੁਸੀਂ, ਕੁਛ ਕੁ ਦਿਨ ਪਹਿਲਾਂ ਜਗਮੋਹਨ ਸਿੰਘ ਅਮਰੀਕਾ ਤੋਂ ਆਇਆ ਹੋਇਆ ਸੀ, ਅਤੇ ਮੈਨੂੰ ਮਿਲਣ ਵਾਸਤੇ ਇੱਥੇ ਮੈਂ ਹਿਮਾਚਲ ਠਹਿਰਿਆ ਹੋਇਆ ਹਾਂ, ਇੱਥੇ ਹੀ ਆ ਗਿਆ। ਅਤੇ ਇਹਨਾਂ ਨੇ ਵਾਰ-ਵਾਰ ਬੇਨਤੀ ਕੀਤੀ ਵੀ ਮੈਨੂੰ ਇੱਥੇ ਹੀ ਰੱਖ ਲਓ, ਅਤੇ ਮੈਂ ਕਿਹਾ ਠੀਕ ਹੈ, ਅਤੇ ਨਾਲ ਦਿਆਂ ਨੂੰ ਵਾਪਸ ਭੇਜ ਦਿੱਤਾ। ਅਤੇ ਆਹ ਕੁਛ ਕੁ ਦਿਨ ਪਹਿਲਾਂ ਅਸੀਂ ਸ਼ਾਂਤ ਬੇਲੇ ਜਾਣਾ ਸੀ ਇੱਕ ਦਿਨ ਵਾਸਤੇ, ਇਹ ਕਹਿੰਦਾ ਵੀ ਮੈਨੂੰ ਵੀ ਲੈ ਚੱਲੋ, ਅਤੇ ਮੈਂ ਸੁਭਾਵਿਕ ਹੀ ਕਿਹਾ ਵੀ ਤੁਸੀਂ ਜਾ ਕੇ ਕਿਆ ਕਰਨਾ ਹੈ, ਉੱਥੇ ਤੁਸੀਂ ਬਹੁਤਿਆਂ ਨਾਲ ਵਿਚਾਰਾਂ ਕਰੋਗੇ ਅਤੇ ਵਿਚਾਰਧਾਰਾ ਹੋਰ ਵਧੇਗੀ ਤੁਹਾਡੇ ਅੰਦਰ, ਅਤੇ ਤੁਸੀਂ ਮੌਜ ਨਾਲ ਇੱਥੇ ਬੈਠੇ ਰਹੋ ਇਕਾਂਤ ਦੇ ਵਿੱਚ। ਕਿਉਂਕਿ ਮੈਨੂੰ ਪਤਾ ਹੈ ਨਾ ਵੀ ਬਾਹਰੋਂ ਜਾਣਨ ਦੀ, ਉਸ ਸਥਾਨ ਨੂੰ ਦੇਖਣ ਦੀ, ਉਹ ਜਾਣਕਾਰੀ ਹਾਸਲ ਕਰਨ ਦੀ ਬੜੀ ਗਹਿਰੀ ਚਾਹਤ ਹੈ। ਤੋ ਜਾਣਕਾਰੀਆਂ ਬਹੁਤ ਢੰਗ ਨਾਲ ਦਿੱਤੀਆਂ ਜਾਂਦੀਆਂ ਹਨ। ਕੁਛ ਆਦਮੀ ਆਪਣੇ ਆਪ ਸੋਚਦਾ ਹੈ ਉਹਨਾਂ ਜਾਣਕਾਰੀਆਂ ਬਾਰੇ, ਤਾਂ ਉਸ ਵਿਚਾਰਧਾਰਾ ਦੇ ਵਿੱਚ ਉਲਝ ਜਾਂਦਾ, ਅਤੇ ਇਸ ਕਾਰਨ ਕਿਹਾ ਜਾਂਦਾ ਹੈ ਕਿ ਬਾਹਰਲੀਆਂ ਜਾਣਕਾਰੀਆਂ ਦੀ ਵਿਚਾਰਧਾਰਾ ਦੇ ਵਿੱਚ ਨਾ ਪਵੇ ਅਤੇ ਸੰਸਾਰਿਕ ਹੀ ਹਨ। ਅਤੇ ਜਿਹੜੇ ਜਾਣਕਾਰੀਆਂ ਬਹੁਤੀਆਂ ਹਾਸਲ ਕਰ ਲੈਂਦੇ ਹਨ, ਇਹੋ ਹੀ ਬਾਅਦ 'ਚ ਸਤਿਪੁਰਖਾਂ ਦਾ ਇਤਿਹਾਸ ਲਿਖਦੇ ਹਨ। ਦੇਖੋ ਕਮਾਲ ਦੀ ਗੱਲ, ਜਦੋਂ ਉਹ ਜਾਗਦੇ ਹਨ ਉਹ ਕਹਿੰਦੇ ਹਨ ਬਾਹਰ ਝੂਠ ਹੈ, ਦ੍ਰਿਸ਼ਟਮਾਨ ਹੈ ਸਗਲ ਮਿਥਿਨ। ਤੋ ਜਾਣਕਾਰੀਆਂ ਨੂੰ ਇਕੱਠੇ ਕਰਦੇ ਹਨ ਜਿਹੜੀਆਂ ਮਿਥਿਆ ਹਨ, ਤੋ ਯਾਦ ਕਰਦੇ ਹਨ, ਅਤੇ ਕਿੰਨੇ ਸਮੇਂ ਬਾਅਦ ਇਤਿਹਾਸ ਬਣਦਾ ਹੈ। ਤੋ ਇਤਿਹਾਸ ਨੂੰ ਪੜ੍ਹ ਕੇ ਲੋਕ ਸੱਚ ਸਮਝ ਰਹੇ ਹਨ। ਦੇਖੋ ਮੂੜਤਾ ਦੀ ਵੀ ਹੱਦ ਹੁੰਦੀ, ਅਤੇ ਬਾਹਰਲਾ ਪੱਖ ਸਤਿਪੁਰਖ ਦਾ ਵੀ ਝੂਠ ਹੈ, ਇਸ ਕਰਕੇ ਉਹ ਇਸ ਪੱਖ ਤੋਂ ਵੀ ਛਡਾਉਂਦਾ ਹੈ, ਸੁਚੇਤ ਕਰਦਾ ਹੈ। ਫਿਰ ਇਹਨਾਂ ਦੇ ਅੰਦਰ ਬਹੁਤ ਗਹਿਰਾ ਭਾਵ ਬਣ ਗਿਆ। ਜਦੋਂ ਰੋਕਿਆ ਜਾਂਦਾ ਹੈ ਨਾ ਕਿਸੇ ਗੱਲ ਤੋਂ, ਫਿਰ ਜ਼ਿਆਦਾ ਗਹਿਰਾ ਹੋ ਜਾਂਦਾ। ਵੀ ਸ਼ਾਂਤ ਬੇਲਾ ਜਾ ਕੇ ਦੇਖਣਾ ਹੈ ਕੈਸਾ ਹੈ, ਕੈਸੇ ਲੋਕ ਹਨ, ਤਾਂ ਉਹਨਾਂ ਨੂੰ ਪੁੱਛੂੰਗਾ। ਇਹ ਨਹੀਂ ਹੈ ਖਿਆਲ ਵਿੱਚ ਰੱਖਣਾ ਹੈ ਵੀ ਇਹਨਾਂ ਦਾ ਹੀ ਖਿਆਲ ਐਸਾ ਹੋਵੇਗਾ। ਜ਼ਿਆਦਾਤਰ ਪਹਿਲ ਜਿਹੜੇ ਜੁੜਨ ਵਾਲੇ ਹਨ ਉਹਨਾਂ ਦਾ ਇਹੋ ਖਿਆਲ ਹੁੰਦਾ ਹੈ, ਤੂੰ ਆਣ ਕੇ ਪੁੱਛਦੇ ਹਨ ਉੱਥੇ। ਅਤੇ ਜਿਹੜੇ ਦੱਸਣ ਵਾਲੇ ਹਨ ਉਹ ਵੀ ਅਜੇ ਬਾਹਰ ਹੀ ਜੁੜੇ ਹੋਏ ਹਨ, ਉਹ ਜਾਗੇ ਥੋੜ੍ਹੀ ਹਨ ਜੀ, ਤਾਂ ਉਹ ਵੀ ਬਾਹਰੋਂ ਦੇਖ ਰਹੇ ਹਨ। ਇਸੇ ਕਰਕੇ ਤਾਂ ਕਹਿ ਰਹੇ ਹਨ ਨਾ ਵੀ ਬਾਬਾ ਜੀ ਮਿਲਣ ਵਾਸਤੇ ਆ ਰਹੇ ਹਨ। ਹੁਣ ਜਿਹੜੇ ਬਾਹਰੋਂ ਦੇਖ ਕੇ ਬਾਬਾ ਜੀ ਕਹਿ ਰਹੇ ਹਨ, ਤੋ ਇਸੇ ਕਰਕੇ ਕਹਿ ਰਹੇ ਹਨ ਵੀ ਉਹਨਾਂ ਨੇ ਬਹੁਤ ਸਾਧੂ ਮਹਾਤਮਾ ਦੀ ਸੰਗਤ ਕੀਤੀ, ਵੀ ਵੈਸੇ ਬਾਬਾ ਜੀ
ਤੇ ਜਿਵੇਂ ਉਹਨਾਂ ਨੇ ਸੋਚ ਕੇ ਤਸਵੀਰ ਆਪਣੇ ਅੰਦਰ ਬਣਾਈ ਹੋਈ ਤੇ ਵੈਸੇ ਹੀ ਉਹ ਪੇਸ਼ ਕਰਨਗੇ ਨਾ, ਵੈਸਾ ਹੀ ਉਹ ਦੱਸਣਗੇ। ਤੇ ਬਾਹਰੋਂ ਸੋਚ ਕੇ ਜੋ ਵੀ ਨਿਰਣਾ ਲਵੇਗਾ ਨਾ ਆਦਮੀ ਸਤਿਪੁਰਖ ਦਾ, ਉਹ ਝੂਠ ਹੋਵੇਗਾ। ਤੇ ਇਹ ਝੂਠ ਦੇ ਨਾਲ ਹੀ ਆਦਮੀ ਫਿਰ ਜੁੜਦਾ ਜਾਂਦਾ ਹੈ। ਉਹ ਫਿਰ ਸਮਰਪਣ ਨਹੀਂ ਕਰ ਪਾਉਂਦਾ, ਕਿਉਂਕਿ ਉਹ ਆਪਣੇ ਹੀ ਕਲਪਨਾ ਦੁਆਰਾ ਉਹਨਾਂ ਨੂੰ ਬਣਾ ਲੈਂਦਾ ਹੈ। ਜਿਵੇਂ ਪਿੱਛੇ ਗੁਰੂ ਪੀਰ ਪੈਗੰਬਰ ਹੋ ਗਏ ਹਨ, ਉਹਨਾਂ ਦੀ ਜਾਣਕਾਰੀ ਮਨੁੱਖ ਕਿਵੇਂ ਲੈਂਦਾ ਹੈ। ਜਿਵੇਂ ਸਿੱਖ ਹਨ, ਗੁਰੂਆਂ ਬਾਰੇ ਉਹ ਕਿਵੇਂ ਜਾਣਦੇ ਹਨ? ਇਤਿਹਾਸ ਦੁਆਰਾ। ਇਤਿਹਾਸ ਕੀ ਹੈ? ਜਿਹਨੂੰ ਮਿਥਿਹਾਸ ਕਿਹਾ ਜਾਂਦਾ ਹੈ। ਮਿਥਿਆ ਦਾ ਅਰਥ ਹੁੰਦਾ ਝੂਠ। ਭਾਵ ਕਿ ਗੁਰੂਆਂ ਦੇ ਬਾਹਰੀ ਜੀਵਨ ਦੀਆਂ ਘਟਨਾਵਾਂ ਦਾ ਜ਼ਿਕਰ ਉਹ ਵੀ ਬਹੁਤ ਸਮੇਂ ਬਾਅਦ ਸੋਚ ਕੇ ਵਿਚਾਰ ਕੇ ਉਹ ਲਿਖਿਆ ਗਿਆ। ਤਾਂ ਉਹਨਾਂ ਨੂੰ ਪੜ੍ਹ ਕੇ ਸੁਣ ਕੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਦੇਖੋ ਕਮਾਲ ਦੀ ਗੱਲ। ਬਲਕਿ ਉਹਨਾਂ ਦੇ ਉਪਦੇਸ਼ ਨੂੰ ਸਮਝ ਕੇ ਅਮਲ ਵਿੱਚ ਲਿਆਣ ਕੇ ਹੀ ਉਹਨਾਂ ਨੂੰ ਜਾਣਿਆ ਜਾ ਸਕਦਾ ਹੈ। ਪਰ ਉਹ ਕੰਮ ਕਠਿਨ ਹੈ ਨਾ, ਉਪਦੇਸ਼ ਨੂੰ ਪੜ੍ਹ ਕੇ ਅਮਲ ਵਿੱਚ ਲਿਆ ਕੇ ਉਹਨਾਂ ਨੂੰ ਜਾਣਨਾ। ਇਤਿਹਾਸ ਪੜ੍ਹ ਕੇ ਲੋਕ ਸਤਿਪੁਰਖਾਂ ਨੂੰ ਜਾਣਦੇ ਹਨ, ਉਹ ਝੂਠ ਹੈ। ਪਰ ਇਤਿਹਾਸ ਵਿੱਚ ਬਹੁਤ ਵਧਾ ਚੜ੍ਹਾ ਕੇ ਲਿਖਿਆ ਜਾਂਦਾ ਹੈ। ਉਹ ਇਸੇ ਕਰਕੇ ਹੀ, ਤਾਂ ਕਿ ਜਿਹੜੇ ਪਿੱਛੇ ਸਿੱਖ ਸ਼ਰਧਾਲੂ ਹਨ ਉਹਨਾਂ ਦੇ, ਉਹ ਉਹਨਾਂ ਨੂੰ ਮਹਾਨ ਕਰਕੇ ਜਾਣਨ। ਅਤੇ ਬਹੁਤ ਵਧਾ ਚੜ੍ਹਾ ਕੇ ਬੜੇ ਚਮਤਕਾਰ ਲਿਖਦੇ ਹਨ ਵੀ ਜਿੰਨਾ ਜ਼ਿਆਦਾ ਵਧਾ ਚੜ੍ਹਾ ਕੇ ਲਿਖਿਆ ਜਾਵੇਗਾ ਓਨੇ ਹੀ ਉਹ ਮਹਾਨ ਹੋ ਜਾਂਦੇ ਹਨ। ਐਸਾ ਹੀ ਹੁੰਦਾ ਹੈ ਨਾ। ਅਤੇ ਇਤਿਹਾਸਕਾਰ ਗਾਹਾਂ ਤੋਂ ਗਾਹਾਂ ਜੋੜਦੇ ਰਹਿੰਦੇ ਹਨ ਕੁਛ ਨਾ ਕੁਛ ਮਹਾਨਤਾ ਦੀਆਂ ਗੱਲ। ਅਤੇ ਇਤਿਹਾਸ ਪੜ੍ਹ ਕੇ ਸੁਣ ਕੇ ਲੋਕ ਉਹਨਾਂ ਨੂੰ ਜਾਣਦੇ ਹਨ। ਉਹ ਵਾਸਤਵਿਕ ਨਹੀਂ ਹਨ ਜੋ ਇਤਿਹਾਸ ਪੜ੍ਹ ਕੇ ਜਾਣੇ ਜਾਂਦਾ ਹੈ। ਵਾਸਤਵਿਕ ਅਤੇ ਉਹ ਉਪਦੇਸ਼ ਦੁਆਰਾ ਉਹਨਾਂ ਦਾ ਬਾਹਰ ਤੇ ਝੂਠ ਹੀ ਹੈ, ਕਿਉਂਕਿ ਝੂਠੇ ਸੰਸਾਰ ਦੇ ਵਿੱਚ ਸਭ ਕੁਛ ਉਹ ਕਰਦੇ ਹਨ। ਬਹੁਤਿਆਂ ਨੂੰ ਝੂਠ ਵਿੱਚੋਂ ਕੱਢਣ ਵਾਸਤੇ ਉਹ ਝੂਠਾ ਹੀ ਅਡੰਬਰ ਰਚਦੇ ਹਨ ਬਾਹਰ। ਜਿਵੇਂ ਕੋਈ ਸੁਪਨਾ ਦੇਖ ਰਿਹਾ ਹੋਵੇ ਤਾਂ ਉਸ ਸੁਪਨੇ ਨੂੰ ਤੋੜਨ ਵਾਸਤੇ ਇੱਕ ਨਵਾਂ ਸੁਪਨਾ ਪੈਦਾ ਕੀਤਾ ਜਾਂਦਾ ਤਾਂ ਕਿ ਉਹ ਟੁੱਟ ਜਾਵੇ। ਇੱਦਾਂ ਹੀ ਸਤਿਪੁਰਖ ਹੈ, ਅਧਿਆਤਮ ਵੀ ਸੁਪਨਾ ਹੀ ਹੈ ਇੱਕ। ਪਰ ਪਹਿਲੇ ਸੰਸਾਰਿਕ ਸੁਪਨੇ ਨੂੰ ਤੋੜਨ ਵਾਸਤੇ, ਜਗਾਉਣ ਵਾਸਤੇ ਹੈ। ਪਰ ਉਹ ਜਾਣਦੇ ਹਨ ਨਾ ਵੀ ਕਿਹਨੂੰ ਕਿਵੇਂ ਜਗਾਇਆ ਜਾ ਸਕਦਾ ਹੈ ਅਤੇ ਕਿਵੇਂ ਸੁਪਨੇ ਤੋਂ ਹਟਾਇਆ ਜਾ ਸਕਦਾ ਹੈ। ਫਿਰ ਸੰਸਾਰ ਦਾ ਸੁਪਨਾ ਹੈ, ਸੰਸਾਰ ਦੀ ਵਿਚਾਰਧਾਰਾ ਹੈ। ਸੰਸਾਰ ਬਾਰੇ ਤੁਸੀਂ ਬਹੁਤ ਕੁਛ ਬਾਹਰ ਜਾਣਦੇ ਹੋ, ਬਹੁਤ ਮਿੱਤਰਾਂ ਦੋਸਤਾਂ ਬਾਰੇ, ਸਾਕ ਸੰਬੰਧੀਆਂ ਬਾਰੇ, ਆਪਣੇ ਪਰਾਇਆਂ ਬਾਰੇ ਬੜੇ ਵਿਚਾਰ ਹਨ ਤੁਹਾਡੇ ਅੰਦਰ। ਉਹ ਤੁਹਾਨੂੰ ਟਿਕਣ ਨਹੀਂ ਦਿੰਦੇ। ਬਹੁਤੀਆਂ ਜਾਣਕਾਰੀਆਂ ਲੈ ਕੇ ਤੁਸੀਂ ਚੱਲ ਰਹੇ ਹੋ। ਫਿਰ ਤੁਸੀਂ ਅਗਰ ਸਤਿਪੁਰਖ ਕੋ ਵੀ ਜਾ ਰਹੇ ਹੋ, ਅਗਰ ਉਹਨਾਂ ਦੀ ਵੀ ਜਾਣਕਾਰੀ ਤੁਸੀਂ ਬਾਹਰੋਂ ਹੀ ਹਾਸਿਲ ਕਰੋਗੇ ਤਾਂ ਵੀ ਇੱਕ ਵਿਚਾਰਧਾਰਾ ਹੀ ਤੁਹਾਡੇ ਅੰਦਰ ਬਣ ਜਾਵੇਗੀ। ਅਤੇ ਬਹੁਤੇ ਅੰਦਰ ਬਣ ਜਾਂਦੀ ਹੈ। ਉਹ ਸੋਚਣ ਲੱਗ ਜਾਂਦੇ ਹਨ ਉਹਨਾਂ ਦੀ ਬਾਬਤ। ਪਰ ਉਹ ਕਹਿੰਦੇ ਹਨ ਵੀ ਸੋਚ ਵਿਚਾਰ ਤੋਂ ਮੁਕਤ ਹੋਣਾ ਹੈ। ਅਗਰ ਸਾਡੀ ਬਾਬਤ ਵੀ ਤੁਸੀਂ ਸੋਚਦੇ ਰਹੇ ਅਤੇ ਸੋਚ ਵਿਚਾਰ 'ਤੇ ਪਏ ਰਹੇ, ਫਿਰ ਤੁਸੀਂ ਇਹ ਸੋਚ ਵਿਚਾਰ ਦੁਆਰਾ ਨਿਰਣੇ ਕਰ ਰਹੇ ਹੋ ਅਤੇ ਸਮਰਪਣ ਨਹੀਂ ਹੋਵੇਗਾ। ਤੁਸੀਂ ਆਪਣੀ ਵਿਚਾਰਧਾਰਾ ਦੁਆਰਾ ਹੀ ਜੀਂਦੇ ਰਹੋਗੇ ਅਤੇ ਕੁਛ ਨਾ ਕੁਛ ਸਮਝਦੇ ਰਹੋਗੇ ਆਪਣੇ ਆਪ ਨੂੰ।
ਆਪਣੇ ਆਪ ਨੂੰ ਮਿਟਾਉਣਾ ਹੈ, ਕੁਛ ਬਣਨਾ ਨਹੀਂ ਹੈ, ਕੁਛ ਸਮਝਣਾ ਨਹੀਂ ਹੈ। ਇਸ ਮਾਰਗ 'ਤੇ ਸਮਰਪਣ ਵਾਲੇ 'ਤੇ ਮੈਂ ਨੂੰ ਮਿਟਾਉਣਾ ਹੈ, ਅਤੇ ਮੈਂ ਨੂੰ ਮਿਟਾਉਣ ਵਾਸਤੇ ਆਪਣੀ ਸਮਝ ਦੁਆਰਾ ਜੋ ਵੀ ਨਿਰਣੇ ਲਏ ਜਾਂਦੇ ਹਨ ਉਹਨਾਂ ਨੂੰ ਛੱਡਣਾ ਹੈ। ਉਹੋ ਹੀ ਸਮਰਪਣ ਹੈ, ਸਮਰਪਿਤ ਕਰ ਦੇਣਾ ਹੈ ਵੀ ਅੱਜ ਤੋਂ ਬਾਅਦ ਮੈਂ ਕੋਈ ਨਿਰਣੇ ਨਹੀਂ ਲੈਣਾ ਆਪਣੇ ਬਾਰੇ। ਕਿ ਮੈਨੂੰ ਕੀ ਪਤਾ ਹੈ ਭਵਿੱਖ ਦਾ, ਹੁਣ ਤੁਸੀਂ ਜਾਣੋ। ਇਹ ਜੀਵਨ ਵੀ ਤੁਹਾਡਾ ਹੈ, ਇਹ ਜੀਵਨ ਤੁਮਾਰੇ ਲੇਖੇ 'ਚ ਲਾ ਦਿੱਤਾ। ਉਹ ਫਿਰ ਮਤ ਸਮਰਪਿਤ ਕਰ ਦਿੰਦਾ ਹੈ, ਗੁਰੂ ਦੀ ਮਤ ਲੈ। ਮਨ ਸਮਰਪਿਤ ਹੋ ਗਿਆ, ਮੈਂ ਸਮਰਪਿਤ ਹੋ ਗਈ, ਅਤੇ ਮਿਟ ਗਿਆ ਨਾ। ਅਤੇ ਮਿਟਣ ਦਾ ਰਸਤਾ ਹੈ, ਕੁਛ ਹੋਣ ਦਾ ਨਹੀਂ। ਅਤੇ ਮਿਟਣਾ ਇੱਕ ਦਮ ਨਹੀਂ ਹੋਵੇਗਾ, ਪਹਿਲਾਂ ਮਿਟਣ ਦੀ ਤਿਆਰੀ ਹੁੰਦੀ ਹੈ, ਸਮਰਪਣ ਦੀ ਤਿਆਰੀ ਹੈ। ਆਪਣੇ ਆਉਣ ਵਾਲੇ ਭਵਿੱਖ ਦੇ ਨਿਰਣਿਆਂ ਨੂੰ ਸਮਰਪਿਤ ਕਰਨਾ ਵੀ ਮੈਂ ਆਪਣੇ ਨਿਰਣੇ ਲੈ ਕੇ ਤੇ ਬਹੁਤ ਚਿਰ ਜੀਂਦਾ ਰਿਹਾ, ਆਪਣੀ ਮਤ ਦੁਆਰਾ ਤੇ ਜੀ ਕੇ ਬਹੁਤ ਦੇਖ ਲਿਆ, ਕੁਛ ਨਹੀਂ ਪਾਇਆ। ਹੁਣ ਮੈਂ ਤੁਹਾਡੀ ਮਤ ਸਵੀਕਾਰ ਕਰਦਾ, ਹੁਣ ਜੋ ਕਹੋਗੇ ਤੁਸੀਂ ਉੱਦਾਂ ਹੀ ਕਰਾਂਗਾ। ਅਤੇ ਜਿੰਨਾ ਕੋਈ ਮਤ ਨੂੰ ਸਵੀਕਾਰ ਕਰਦਾ ਹੈ ਗੁਰੂ ਦੀ, ਆਪਣੀ ਮਤ ਭੇਟ ਕਰਦਾ ਹੈ, ਓਨਾ ਹੀ ਉਹ ਸਮਰਪਿਤ ਹੁੰਦਾ ਜਾਂਦਾ ਹੈ, ਜਾਂ ਆਉਣ ਵਾਲੇ ਸਮੇਂ ਨੂੰ ਭੇਟ ਕਰ ਦਿੰਦਾ ਹੈ। ਜਿੰਨਾ ਨਹੀਂ ਸੋਚਦਾ ਹੈ, ਇਹੋ ਹੀ ਗੁਰਦੀਕਸ਼ਾ ਹੈ, ਗੁਰਦਕਸ਼ਣਾ ਹੈ।